ਅਸੀਂ ਅੱਜ ਦੇ ਕਲਾਮ ਨੂੰ ਬਾਈਬਲ ਵਿੱਚੋਂ ਪੜਾਂਗੇ ਤੇ ਜਿਨ੍ਹਾਂ ਕੋਲ ਬਾਈਬਲ ਹੈ ਤੇ ਤੁਸੀਂ ਆਪਣੇ ਬਾਈਬਲ ਨੂੰ ਖੋਲ ਸਕਦੇ ਹੋ। ਔਰ ਅੱਜ ਅਸੀਂ ਪੜ੍ਹ ਰਹੇ ਹਾਂ ਅੱਜ ਦਾ ਇੱਕ ਵਿਸ਼ਾ ਲੈਣ ਦੇ ਲਈ ਰਾਜਿਆਂ ਦੀ ਪੁਸਤਕ, ਦੂਸਰਾ ਰਾਜਾ 2 ਅਧਿਆਏ। दूसरा राजा 2 अध्याय और ਉਹਦੀ 8 ਆਇਤ ਤੋਂ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਵਚਨ ਵਿੱਚ ਅਸੀਂ ਪੜਾਂਗੇ। ਦੂਸਰਾ ਰਾਜਾ 2 ਅਧਿਆਏ ਔਰ ਕਿਹੜੀ ਆਇਤ ਪੜਨ ਲੱਗੇ ਆ? 8 ਆਇਤ ਤੋਂ ਸ਼ੁਰੂ ਕਰਦੇ ਆ। ਬਾਈਬਲ ਲਿਖਿਆ, ਤਦ ਏਲੀਆ ਨੇ ਆਪਣੀ ਚੱਦਰ ਲਈ ਔਰ ਉਹਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ ਔਰ ਉਹ ਪਾਟ ਕੇ ਇੱਧਰ ਉੱਧਰ ਹੋ ਗਿਆ। ਸੋ ਉਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ। ਫਿਰ ਇਉਂ ਹੋਇਆ ਵੀ ਜਦ ਉਹ ਪਾਰ ਲੰਘ ਰਹੇ ਸਨ ਤਾਂ ਏਲੀਆ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਜੇ ਤੂੰ ਮੈਨੂੰ ਉਦੋਂ ਵੇਖੇ ਜਦ ਮੈਂ ਤੇਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਹੀਂ ਤਾਂ ਇਉਂ ਨਹੀਂ ਹੋਵੇਗਾ। ਅਤੇ ਇਉਂ ਹੋਇਆ, ਜਦੋਂ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿਸੇ, ਜਿਨ੍ਹਾਂ ਨੇ ਦੋਹਾਂ ਨੂੰ ਵੱਖੋ ਵੱਖ ਕਰ ਦਿੱਤਾ। ਅਤੇ ਏਲੀਆ ਬਾਬਰੋਲੇ ਵਿੱਚ ਆਕਾਸ਼ ਨੂੰ ਚੜ ਗਿਆ। ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, ਹੇ ਮੇਰੇ ਪਿਤਾ ਇਜ਼ਰਾਈਲ ਦੇ ਰੱਥ ਤੇ ਉਹਦੇ ਸਾਰਥੀ। ਪਰ ਜਦ ਉਹ ਉਹਨੂੰ ਫੇਰ ਨਾ ਵੇਖ ਸਕਿਆ ਤਾਂ ਉਸਨੇ ਆਪਣੇ ਲੀੜੇ ਫੜੇ ਤੇ ਉਹਨਾਂ ਨੂੰ ਪਾੜ ਕੇ 2 ਹਿੱਸੇ ਕੀਤਾ। ਤਦ ਉਸਨੇ ਏਲੀਆ ਦੀ ਗੋਦੜੀ ਵੀ ਜਿਹੜੀ ਉਹਦੇ ਉੱਤੋਂ ਡਿੱਗੀ ਸੀ ਚੁੱਕ ਲਈ ਔਰ ਮੁੜ ਕੇ ਜਰਦਨ ਦੇ ਕੰਢੇ ਉੱਤੇ ਖਲੋ ਗਿਆ। ਅਤੇ ਉਹ ਗੋਦੜੀ ਜਿਹੜੀ ਏਲੀਆ ਉੱਤੇ ਡਿੱਗੀ ਸੀ ਉੱਤੋਂ ਡਿੱਗੀ ਸੀ ਲੈ ਕੇ ਪਾਣੀ ਉੱਤੇ ਮਾਰਿਆ ਤੇ ਆਖਿਆ, ਯਹੋਵਾ ਏਲੀਆ ਦਾ ਪਰਮੇਸ਼ਵਰ ਕਿੱਥੇ ਹੈ? ਔਰ ਜਦ ਉਸਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਇੱਧਰ ਉੱਧਰ ਹੋ ਗਿਆ ਔਰ ਅਲੀਸ਼ਾ ਬਾਹਰ ਲੰਘ ਗਿਆ। ਪ੍ਰਭੂ ਯਿਸੂ ਮਸੀਹ ਦੀ ਬਰਕਤ ਅੱਜ ਦੇ ਪੜ੍ਹੇ ਔਰ ਅੱਗੇ ਸੁਣਾਏ ਜਾਣ ਵਾਲੇ ਪ੍ਰਭੂ ਯਿਸੂ ਦੇ ਸਮਰਥੀ ਵਚਨ ਤੋਂ ਦੀ ਬਰਕਤ। ਹਾਲੇਲੂਇਆ, 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 ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੋ। ਆਮੀਨ। ਹਾਲੇਲੂਇਆ, ਹਾਲੇਲੂਇਆ। ਇਹ ਜੋ ਪ੍ਰਭੂ ਦਾ ਵਚਨ, ਪ੍ਰਭੂ ਦੇ ਕਲਾਮ ਦੀਆਂ ਆਇਤਾਂ ਸੀ ਪੜੀਆਂ ਹਨ, ਇਹ ਵਚਨ, ਇਹ ਕਲਾਮ ਬਾਈਬਲ ਦੇ ਅਨੁਸਾਰ, ਔਰ ਜਦੋਂ ਇਸ ਯੁੱਗ ਦੇ ਨਬੀ ਦੇ ਹੱਥ ਵਿੱਚ ਇਹ ਬਾਈਬਲ ਆਈ, ਉਹਨੇ ਇਸ ਦੀ ਵਿਆਖਿਆ ਕੀਤੀ ਔਰ ਉਹਨੇ ਅਲੀਸ਼ਾ ਨੂੰ ਮਸੀਹ ਦੀ ਦੁਲਹਨ ਨਾਲ ਜੋੜਿਆ ਕਿ ਅਲੀਸ਼ਾ ਕਿਹਦਾ ਪ੍ਰਗਟਾਵਾ ਹੈ? ਕਲੀਸਿਆ ਦਾ, ਦੁਲਹਨ ਦਾ। ਹਾਲੇਲੂਇਆ, ਹਾਲੇਲੂਇਆ। ਏਲੀਆ ਨਬੀ ਹੈ ਔਰ ਉਸ ਤੋਂ ਬਾਅਦ ਅਗਲੀ ਸੇਵਕਾਈ ਕਿਹਦੀ ਸੀ? ਅਲੀਸ਼ਾ ਦੀ। ਇਹ ਜ਼ਰੂਰੀ ਹੈ ਸਾਰਿਆਂ ਦੇ ਲਈ ਜਾਣਨਾ। ਹਾਲੇਲੂਇਆ, ਹਾਲੇਲੂਇਆ। और ब्रदर ब्रानहम ने क्या प्रचार कीता नहीं जाता? यस। ब्रदर ब्रानहम ने क्या प्रचार कीता नहीं जाता, प्रचार करवाया जाता है। हालेलुया। कौन करवांदा है? कलीसिया करवांदी है प्रचार। जेकर मैसेज ਤੁਹਾਡੇ ਹੱਥਾਂ ਵਿੱਚ ਆਇਆ ਸੀ, ਜੇਕਰ ਤੁਸੀਂ ਪੜ੍ਹਿਆ, ਬ੍ਰਦਰ ਬ੍ਰਾਨਹਮ ਕਹਿੰਦਾ ਕਿ ਜਦੋਂ ਸੰਗਤੀ ਦੇ ਅੰਦਰ ਹਾਲੇਲੂਇਆ ਤੇ ਆਮੀਨ ਨਹੀਂ ਬੋਲਦੇ ਤੇ ਉਹਨੇ ਤੁਸੀਂ ਪੜਿਆ ਹੋਵੇਗਾ, ਉਹਨੇ ਕਿਹਾ ਕਿ ਮੈਂ ਖਿੱਝ ਜਾਂਦਾ ਹਾਂ, ਮੈਨੂੰ ਇਸ ਚੀਜ਼ ਦੀ ਥੋੜਾ ਜਿਹਾ ਬੇਚੈਨੀ ਮਹਿਸੂਸ ਕਰਦਾ ਮੈਂ। ਪਰ ਕਹਿੰਦਾ ਕਿ ਜਦੋਂ ਹਾਲੇਲੂਇਆ ਔਰ ਆਮੀਨ ਬੋਲਦੇ ਆ ਤੇ ਫਿਰ ਮੈਨੂੰ ਮਹਿਸੂਸ ਇਹ ਹੁੰਦਾ ਕਿ ਇਹ ਜੋ ਸੁਣ ਪਾ ਰਹੇ ਆ ਇਹ ਸਮਝ ਵੀ ਰਹੇ। ਹਾਲੇਲੂਇਆ, ਹਾਲੇਲੂਇਆ। ਇਹ ਬ੍ਰਦਰ ਬ੍ਰਾਨਮ ਨੇ ਕਿਹਾ ਪ੍ਰਚਾਰ ਹੁੰਦਾ ਨਹੀਂ ਆ, ਪ੍ਰਚਾਰ ਕਰਾਇਆ ਜਾਂਦਾ ਹੈ। ਹਾਲੇਲੂਇਆ, ਹਾਲੇਲੂਇਆ। ਕੀ ਤੁਸੀਂ ਜਦ ਵੇਖਦੇ ਹੋ ਕਿ ਜਦੋਂ ਕੋਈ ਪਤੰਗਬਾਜ਼ੀ ਕਰਦਾ ਹੈ
ਤੇ ਉਹ ਜਿਹੜੀ ਪਤੰਗ ਆ ਉਹ ਡੋਰ ਖਿੱਚਦੀ ਆ ਉਹ ਮੰਗ ਰਹੀ ਹੁੰਦੀ ਆ ਡੋਰ, ਤੇ ਫਿਰ ਜਿਹੜਾ ਪਤੰਗ ਉਡਾ ਰਿਹਾ ਉਹ ਡੋਰ ਦਿੰਦਾ। ਇਹਦਾ ਮਤਲਬ ਇਹ ਸਭ ਗੱਲਾਂ ਅਸੀਂ ਜਾਣਦੇ ਹਾਂ ਕਿ ਕਿਸੇ ਤਾਤੂ ਤੇ ਪਹੁੰਚਦੀਆਂ ਹਨ ਕਿ ਸੰਗਤੀ ਹੈ, ਉਹਦੇ ਅੰਦਰ ਭੁੱਖ ਪਿਆਸ ਹੈ ਜਿਹੜਾ ਪ੍ਰਚਾਰ ਨੂੰ ਆਪਣੇ ਵੱਲ ਖਿੱਚਦਾ ਹੈ। ब्रदर ब्रानहम ने क्या डूंगियाई ਨੂੰ ਪੁਕਾਰ ਦਿਆ, ਗਹਿਰਾਈ ਹੀ ਗਹਿਰਾਈ ਨੂੰ ਪੁਕਾਰ ਦਿਆ। ਹਾਲੇਲੂਇਆ। ਵਚਨ ਨੂੰ ਖਿੱਚਦਾ ਹੈ, ਆਤਮਾ ਨਾਲ ਆਤਮਾ ਦਾ ਮਿਲਾਪ ਹੁੰਦਾ ਹੈ। ਹਾਲੇਲੂਇਆ। ਯਿਸੂ ਮਸੀਹ ਦਾ ਨਾਮ ਦੀ ਮਹਿਮਾ ਤੇ ਵਡਿਆਈ ਹੋ। ਮੇਰੇ ਪਿਆਰੇ ਪ੍ਰਭੂ ਦੇ ਬੇਟਿਓ ਤੇ ਪ੍ਰਭੂ ਦੇ ਬੇਟੋ, ਜਦੋਂ ਗੱਲ ਮਸੀਹ ਦੀ ਦੁਲਹਨ ਦੀ ਹੈ ਤੇ ਗੱਲ ਸਮਝੋ ਤੁਹਾਡੀ ਹੈ, ਉਹ ਗੱਲ ਮੇਰੀ ਹੈ। ਇਹ ਕਿਸੇ ਅਸੀਂ ਹੋਰ ਦੀ ਗੱਲ ਨਹੀਂ ਕਰ ਰਹੇ, ਇਹ ਗੱਲ ਕਿਹਦੀ ਕਰ ਰਹੇ ਆ? ਤੁਹਾਡੀ ਗੱਲ ਹੋ ਰਹੀ ਹੈ, ਮੇਰੀ ਗੱਲ ਹੋ ਰਹੀ ਹੈ, ਪ੍ਰਭੂ ਯਿਸੂ ਮਸੀਹ ਦੀ ਦੁਲਹਨ ਦੀ ਗੱਲ ਹੋ ਰਹੀ ਹੈ। ਹਾਲੇਲੂਇਆ। ਤੁਹਾਡੀ ਗੱਲ ਹੋ ਰਹੀ ਹੈ, ਮੇਰੀ ਗੱਲ ਹੋ ਰਹੀ ਹੈ। ਤੇ ਜਦੋਂ ਕੋਈ ਗੱਲ ਕਰਦਾ ਆ ਤੇ ਫਿਰ ਬੰਦਾ ਬੜੀ ਧਿਆਨ ਨਾਲ ਸੁਣਦਾ, ਜਦੋਂ ਉਹਦੇ ਬਾਰੇ ਕੋਈ ਗੱਲਾਂ ਕਰ ਰਿਹਾ ਹੋਵੇ। ਦੋ ਜਣੇ ਗੱਲਾਂ ਕਰਦੇ ਹੋਣ ਤੇ ਗੱਲਾਂ ਵੀ ਤੁਹਾਡੇ ਬਾਰੇ ਕਰਦੇ ਹੋਣ, ਕਿ ਤੁਸੀਂ ਸੁਣਦੇ ਹੋ ਧਿਆਨ ਨਾਲ ਕਿ ਕੋਈ ਗੱਲ ਰਹਿ ਨਾ ਜਾਏ ਜਿਹੜੀ ਮੇਰੇ ਕੰਨ 'ਚ ਨਾ ਪਵੇ, ਜੋ ਕਰ ਰਿਹਾ ਮੈਨੂੰ ਪਤਾ ਲੱਗ ਜਾਏ, ਕਿਉਂਕਿ ਗੱਲ ਕਿਹਦੀ ਹੋ ਰਹੀ ਹੈ? ਗੱਲ ਸਾਡੀ ਹੁੰਦੀ ਹੈ ਤੇ ਬੜੇ ਧਿਆਨ ਨਾਲ ਸੁਣਦੇ ਹਾਂ ਕਿ ਸੁਣਦੇ ਆ ਕਿ ਹੁਣ ਕਲਾਮ ਕਿਹਦੀਆਂ ਗੱਲਾਂ ਆ। ਇਹ ਅਸੀਂ ਇਤਿਹਾਸ ਦਾ ਪ੍ਰਚਾਰ ਨਹੀਂ ਆ, ਇਹ ਵਰਤਮਾਨ ਦਾ ਅੱਜ ਦਾ ਪ੍ਰਚਾਰ ਹੈ, ਹੁਣ ਦਾ ਪ੍ਰਚਾਰ ਹੈ। ਇਸ ਲਈ ਇਹਨੂੰ ਧਿਆਨ ਨਾਲ ਸੁਣੋ, ਇਹਦੇ ਵਿੱਚ ਹੀ ਸਾਡਾ ਜੀਵਨ ਹੈ। ਹਾਲੇਲੂਇਆ। ਦੇਖੋ ਬਹੁਤ ਜ਼ਿਆਦਾ ਉਦਾਹਰਨਾਂ ਹਨ। ਬ੍ਰਦਰ ਬ੍ਰਾਨਹਮ ਨੇ ਕਿਹਾ, ਪਿਛਲੀ ਵਾਰ ਵੀ ਅਸੀਂ ਇਸ ਜਗ੍ਹਾ ਦੀ ਮੀਟਿੰਗ 'ਚ ਸ਼ਾਇਦ ਮੈਂ ਗੱਲ ਕਰ ਰਿਹਾ ਸੀ ਕਿ ਬਾਈਬਲ ਇੱਕ ਤਸਵੀਰ ਹੈ ਜਿਹਦੇ ਵਿੱਚੋਂ ਤੁਸੀਂ ਆਪਣੀ ਤਸਵੀਰ ਲੱਭਣੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਐਲਬਮ ਹੈ, ਜਿਹਦੇ ਵਿੱਚ ਤੁਸੀਂ ਆਪਣੀ ਤਸਵੀਰ ਲੱਭਣੀ ਹੈ। ਤੁਸੀਂ ਜਦੋਂ ਕਿਸੇ ਦੀ ਵੀ ਐਲਬਮ ਦੇਖਦੇ ਹੋ, ਪੰਨੇ ਜਲਦੀ ਪਰਤਾਉਂਦੇ ਹੋ, ਪਰ ਜਦੋਂ ਤੁਹਾਡੀ ਤਸਵੀਰ ਆਉਂਦੀ ਹੈ ਉੱਥੇ ਰੁਕਦੇ ਆ, ਛੇਤੀ ਨਾਲ ਨਹੀਂ ਬਦਲ ਦਿੰਦੇ। ਕਿਉਂ? ਕਿਉਂਕਿ ਉੱਥੇ ਤੁਸੀਂ ਤੁਹਾਨੂੰ ਆਪਣੀ ਤਸਵੀਰ ਨਜ਼ਰ ਆ ਰਹੀ, ਉੱਥੇ ਰੁਕ ਗਏ, ਕਿਉਂਕਿ ਤੁਸੀਂ ਆਪਣੇ ਆਪ ਨੂੰ ਵੇਖ ਕੇ ਖੁਸ਼ ਹੁੰਦੇ, ਤੁਸੀਂ ਆਪਣੇ ਆਪ ਨੂੰ ਵੇਖ ਕੇ ਇਹ ਮਹਿਸੂਸ ਕਰਦੇ ਕਿ ਮੈਂ ਕਿੱਦਾਂ ਦਾ ਸੀ, ਮੈਂ ਕਿੱਦਾਂ ਦਾ ਲੱਗਦਾ ਸੀਗਾ, ਔਰ ਮੈਂ ਉਹਦੇ ਨਾਲ ਵਧੀਆ ਦੇਖ ਸਕਦਾ ਸੀ, ਮੈਂ ਉਹਦੇ ਨਾਲ ਵਧੀਆ ਲੱਗ ਸਕਦਾ ਸੀ। ਤੁਸੀਂ ਆਪਣੀ ਤਸਵੀਰ ਵੇਖ ਕੇ ਰੁਕ ਜਾਂਦੇ ਹੋ, ਖਲੋ ਜਾਂਦੇ ਹੋ, ਗੌਰ ਨਾਲ ਵੇਖਦੇ ਹੋ, ਤੇ ਬਾਕੀਆਂ ਜਿਹੜੀਆਂ ਹਨ ਉਹਨਾਂ ਨੂੰ ਜਲਦੀ ਪਰਤਾਉਂਦੇ ਹੋ, ਪਰ ਆਪਣੀ ਤੇ ਰੁਕਦੇ। ਇਹ ਤਸਵੀਰਾਂ ਬਾਈਬਲ ਦੇ ਅੰਦਰੋਂ ਤੁਹਾਡੀਆਂ ਤੇ ਮੇਰੀਆਂ ਹੈ। ਸਾਨੂੰ ਕਿੰਨਾ ਜ਼ਿਆਦਾ ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ, ਕਿੰਨਾ ਜ਼ਿਆਦਾ ਇੱਧਰ ਫੋਕਸ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਮੈਂ ਸਮਝਦਾ ਕਿ ਅੱਜ ਦੁਨੀਆ ਦੇ ਅੰਦਰ ਕੀ ਚੱਲ ਰਿਹਾ ਹੈ, ਸੰਸਾਰ ਦਾ ਹਾਲ ਪੁੱਛੋ ਕੀ ਹੋ ਰਿਹਾ ਹੈ। ਲੋਕ ਤੜਫ ਰਹੇ ਆ, ਲੋਕ ਬੇਚੈਨ ਆ, ਲੋਕ ਤਸੀਹਿਆਂ ਵਿੱਚ ਆ, ਲੋਕ ਪਰੇਸ਼ਾਨੀ ਦਾ ਜੀਵਨ ਗੁਜ਼ਾਰ ਰਹੇ ਆ। ਇੱਕ ਦਿਨ ਕੱਢਣਾ ਸੰਸਾਰ ਦੇ ਲਈ ਮੁਸ਼ਕਲ ਆ। ਔਰ ਸੰਸਾਰ ਹੋ ਸਕਦਾ ਕਿ ਸਾਡੇ ਕੋਲ ਬੜਾ ਪੈਸਾ ਧਨ ਦੌਲਤ ਹੈ, ਇਹ ਸਿਰਫ ਉੱਪਰਲਾ ਪਾਨੇ ਆ, ਅੰਦਰੋਂ ਦੁਖੀ ਹਨ। ਪਰ ਮੈਂ ਕਹਾਂਗਾ ਉਹ ਘਰਾਨਾ, ਉਹ ਪਰਿਵਾਰ ਅਮਨ ਔਰ ਚੈਨ ਦੇ ਨਾਲ ਹੈ ਜਿਸ ਘਰ ਦੇ ਅੰਦਰ ਪ੍ਰਭੂ ਦੀ ਆਰਾਧਨਾ ਹੈ, ਜਿਸ ਪਰਿਵਾਰ ਦੇ ਅੰਦਰ ਮੈਸੇਜ ਹੈ, ਕਲਾਮ ਹੈ, ਜਿਸ ਪਰਿਵਾਰ ਦੇ ਵਿੱਚ ਸੱਚਾਈ ਹੈ, ਉੱਥੇ ਹੀ ਦਿਨ ਅਮਨ ਤੇ ਚੈਨ ਦੇ ਹਨ, ਜੋ ਕਿ ਮੁਕਤੀਦਾਤਾ ਪਰਮੇਸ਼ਵਰ ਉਹਨਾਂ ਉਸ ਘਰ ਦੇ ਵਿੱਚ ਹੈ। ਹਾਲੇਲੂਇਆ। ਪ੍ਰਭੂ ਦੀ ਸ਼ਾਂਤੀ ਉਸ ਪਰਿਵਾਰ ਦੇ ਅੰਦਰ ਹੈ, ਪ੍ਰਭੂ ਦਾ ਆਨੰਦ, ਪ੍ਰਭੂ ਦੀ ਕਿਰਪਾ, ਪ੍ਰਭੂ ਦਾ ਅਨੁਗ੍ਰਹਿ ਉਹਨਾਂ ਬੇਟੀਆਂ ਤੇ ਬੇਟਿਆਂ ਦੇ ਨਾਲ ਆ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਵਚਨ ਦਾ ਆਦਰ ਹੈ। ਹਾਲੇਲੂਇਆ। ਪ੍ਰਭੂ ਯਿਸੂ ਦੇ ਸਮਰਥੀ ਨਾਮ ਨੂੰ ਮਹਿਮਾ ਔਰ ਵਡਿਆਈ ਮਿਲੇ। ਔਰ ਇੱਕ ਅਸੀਂ ਮੀਟਿੰਗ ਜੋ ਸਵੇਰ ਦੇ ਵੇਲੇ ਕੀਤੀ, ਕਹਿ ਸਕਦੇ ਆ ਕਿ ਉਹਦਾ ਹੀ ਅਸੀਂ ਅਗਲਾ ਹਿੱਸਾ ਹੁਣ ਪੇਸ਼ ਕਰਨ ਲੱਗੇ। ਏਲੀਆ ਦੀ ਸੇਵਕਾਈ ਸਮਾਪਤ ਹੋਈ, ਏਲੀਆ ਦੀ ਸੇਵਕਾਈ ਖਤਮ ਹੋਈ, ਪਰ ਬੜੇ ਇੱਧਰ ਧਿਆਨ ਦੇਵੋ, ਏਲੀਆ ਦੀ ਸੇਵਕਾਈ ਖਤਮ ਹੋਈ, ਪਵਿੱਤਰ ਆਤਮਾ ਦੀ ਨਹੀਂ।
क्योंकि पवित्र आत्मा दी सेव जिहड़ी पवित्र आत्मा दा काम है वो खत्म नहीं हुंदा। पवित्र आत्मा एक इंसान दी जो सेवा खत्म हुंदी है ते वो आत्मा किसी दूसरे नूं पकड़दा है। हालेलुया। कि यीशु मसीह ने सलीब उत्ते जाके अपना लहू बहाया और सलीब उत्ते ये कहा कि हुण ये पूरा होया। हालेलुया। प्रभु यीशु ने क्या एक काम पूरा होया। आमीन। शैतान कितना तो खुश होया होवेगा ना, सोच के देखो, सोच के देखो शैतान उस वेले कितना खुश होया होवेगा जदों उन्हें यीशु मसीह दे मौत वाला डंग मारिया कि उन्हें नबियां नूं अपना शिकार बनाया, प्रभु दे नेचावानों ने अपना शिकार बनाया। केड़ा शिकार दी गल कर रहा? मौत। मौत नूं कोई जित नहीं सकिया। हालेलुया। मौत नूं नहीं कोई हरा सके, चाहे यशाया है, चाहे जिर्मिया है, चाहे दानियल है, चाहे नूह है, और भी बहुत ज्यादा करैक्टर, मौत नूं कोई ना जित सकिया। शैतान उदों बहुत ज्यादा खुश थी जदों ने यीशु मसीह दे भी मौत वाला डंग मारिया, पर उन्हें समझा कि मैं ये खेल जित लिया है। उन्हें समझा होगा मैं यीशु नूं हरा दिता है। ये जेड़े बड़े बेदारी लियांदी और बड़ा कम कीता, बड़े रोगी चंगे कीते और बड़े बीमारां नूं शिफा दित्ती, बड़ा खुशखबरी दा प्रचार करदा सी, बड़े दुष्ट आत्मा नूं कढदा सी और बड़े चैलेंज ना दावे ना प्रचार करदा सीगा, ते हुण एदा ए भी मेरा शिकार बन गया, ये खत्म हो गया, इन्हें मैं मार दिता। हालेलुया। पर ये याद रखो शैतान ये भुल गया यीशु मसीह दी मौत नाल काम खत्म नहीं होया, बल्कि काम दी शुरुआत हुई है, कलीसिया दी नींव रखी गई है। हालेलुया। पेंतीकुस्त वाले दिन तो कलीसिया दी शुरुआत है। हालेलुया। पहला शैतान नूं तंग करने वाला एक सी, पर पेंतीकुस्त वाले दिन जब पवित्र आत्मा उतरिया 120 लोग हो गए जेड़े शैतान नूं तंग करने वाले सी, जेड़े ओदे संघासन नूं हिलाउण वाले सी, ते काम खत्म नहीं होया, काम सगों शुरू होया। प्रभु यीशु दे नाम दी महिमा ते बढ़ाई हो। ब्रदर ब्रानहम दे चले जान तो बाद काम खत्म नहीं होया, काम होर तेजी नाल बढ़िया, काम होर तेज होया है। हालेलुया। एलिया दे जान नाल काम खत्म नहीं होया, बल्कि वही आत्मा धरती उत्ते दोबारा आ गया, दुगना मसा नाल काम होने लगा। हालेलुया। देखदे हो साडे प्रभु यीशु दा काम है, ये खत्म नहीं हो सकता, चाहे रुकावटां, मुश्किलां, मुसीबतां, रुकावटां किन्नियां भी आ जान, पर पवित्र आत्मा दा काम है, ये साडे यीशु मसीह दा काम है, ये खत्म नहीं होवेगा। मैं खत्म हो सकता हाँ, पर मसीह दा काम नहीं। ये जेड़ा प्रभु यीशु दा काम है, प्रभु एक नूं इस्तेमाल करदा है, जदों दा मकसद खत्म हो जांदा प्रभु किसी होर नूं फड़दा है और अपनी सेवकाई करदा है। हालेलुया। प्रभु यीशु मसीह दे नाम नूं महिमा और बढ़ाई मिले। हुण असीं गल कर रहे हां एलिया तो बाद अगली सेवकाई अलीशा दी। एलिया तो बाद सेवकाई की दी अलीशा, इस वक्त नबी तो बाद सेवकाई की दी है एक बंदे दी सेवकाई कदी नहीं है। हुण सेवकाई है ये सारे मेंबरां दी, जेड़ा मसीह दा मेंबर है ओदी एक सेवकाई है। हालेलुया। की हुण तुसी जरा सोच के देखो कि तुसी विश्वास करदे हो कि तुसी प्रभु यीशु मसीह दे कलीसिया दे मेंबर हो कि नेचा है सच्चे मन तो? कोई डर ते जां कोई शंका ना होवे इस ए गल कहण दे विच कि हां मैं प्रभु यीशु मसीह दुल्हन दा हिस्सा, कोई शक ते नहीं? हालेलुया। तुहाडा कोई शक नहीं है, फिर ये याद रखो फिर तुहाडी एक सेवकाई है, क्योंकि मसीह दी कलीसिया दी की है सेवकाई, तुहाडी की है फिर सेवकाई है। हालेलुया। तुहाडी की है फिर एक सेवकाई।
एक छोटे बच्चों की भी सेवकाई, जो दुल्हन का मैंबर है उसकी सेवकाई है, जो एक बुजुर्ग है उसकी सेवकाई है। हुण तुसीं ब्रदर ब्रानम क्या कि एक खेत च हल चलाउण वाला कहेगा मैं तो सारा दिन खेतां च रहना ते मेरी किहड़ी सेवकाई है। अज कोई कह सकदा मैं तो सारा दिन दुकान ते रहना ते मेरी किहड़ी कोई सेवकाई है। मैं करा कदी पुलपट दे पिछे गया, मैं करा कदी किसी नूं प्रचार कीता ते मेरी किहड़ी सेवकाई है। अज कोई कह सकदा मैं तो सारा दिन बोझ चुकदा, भार चुकदा, मजदूरी करदा ते मेरी किहड़ी सेवकाई है। दुनिया की नज़र दे विच, दुनिया की सोच दे अंदर हो सकदा वो तुहानूं कम तो वेखदे आ, पर जो यीशु मसीह वेखदा है वो वेखदा कि ये मेरा अंग है, ये मेरे आत्मा चो आत्मा है, ये मेरे लहू चो लहू है, ये मेरी हड्डियां चो हड्डियां है, ये मेरे जीवन विचों जीवन है। हालेलुया, प्रभु यीशु दे नाम दी महिमा हो। जे तुसीं मजदूरी करदे हो तो तुहाडी एक सेवकाई है जो प्रभु यीशु मसीह ने दी है। तुसीं मसीह दे नाम नूं फिर भी फैला सकदे हो। तुसीं जानदे हो साडे युग दा नबी ब्रदर ब्रानम वो दुनिया दी जिन्हों पब्लिक सर्वेंट दी नौकरी वो करदा सी। वो कहंदा कि मैं काम करदा आ ते जिहड़ा लंच टाइम हुंदा वो कहंदा ओहदे विच मैं कोशिश करदा कि किसी नूं वचन दी दवाई देवां। अपना टाइम कित्थे वेस्ट कर रहे हो कि मैं किसी नूं प्रभु दे कलाम बारे दसां, मैं किसी नूं सच्चाई बारे दस दवां। कि जे इस युग दा नबी कह लो कि एलिया दा मसा है ओहदे उत्ते वो ये काम कर रहा है ते वो काम खत्म नहीं हो गया, वो सेवा खत्म नहीं हो गई। उस तो बाद सेवकाई अलीशा दी है और याद रखो अलीशा ने की कीता, ओही कीता जो एलिया ने की। एलिया ने चदर ली, जर्दन दे पानी ते मारी और पानी दो हिस्से हो गया। उस तो बाद जो मसा अलीशा उत्ते सी उन्हें भी वही चदर ली और फिर पानी ते मारिया और उन्हें शब्दा मल ध्यान दो ने की किया, उन्हें क्या एलिया दा परमेश्वर किथे, एलिया दा प्रभु किथे है। हालेलुया, प्रभु यीशु मसीह दे नाम दी महिमा ते वडियाई हो। जिद्दां दा काम एलिया दा सी उदां दा काम अलीशा दा सी। जे इस लोग दा नबी गवाहियां दिंदा है और प्रचार बारे दसदा है, समय चो समा कढदा है ते अज ओदे दुल्हन अज ओदे लोग वो किदां दे होणगे। साडे कोल भी इदां दा ही फिर समा है, साडे कोल भी इदां दा फिर काम है कि असीं अपने कलाम दी गवाही दईए, असीं सच्चाई दी गवाही दईए, असीं प्रभु दे सच बारे बयान करिए। हालेलुया, ये तुहानूं मैं दस रहा कि तुहाडी जिम्मेवारी की है, तुहाडा बनदा की है इस कलाम इस मैसेज दे विच आण के। इस मैसेज नूं सिर्फ तस्वीर समझना ये गलत है। तस्वीर का मेरा मतलब कि ब्रदर ब्रानम की तस्वीर ला ली, अग का खंबा कह दिता कि मैंने बपतिस्मे का पता लग गया, इत्थों तक मैसेज नहीं है। मैसेज है कि तुसी खुद मैसेज बनो, तुसी मैसेज बन जाओ। मैसेज का मतलब संदेश तुहाडे विचों मैसेज निकले। नबी ने कहा बेदारी बेदारी गाना कुछ नहीं हुंदा, बेदारी वो है जो तुहाडे विच होवे। बेदारी बाहर नहीं किती आनी, बेदारी किसी गिरजे विच नहीं आनी, बेदारी तो तुहाडे अंदर आनी है। नबी ने कहा 7 गरजां आ रही हैं मसीह दी दुल्हन नूं झंझोड़न दे लई। मसीह जांदे 7 गरजां दा प्रकाश आया है जिन्हें मैनूं झंझोड़िया है, जिन्हें तुहानूं झंझोड़िया है, जिन्हें तुहानूं तुहाडा विरसा दिता है, जिन्हें तुहानूं अधिकार दिता है। तुसी कौन हो? तुसी वो लोग हो जिन्हें अगों शैतान भजन जान दा वादा तुहाडे नाल कि तुसी उस जगह खलो जाओगे, शैतान तुहाडे को भज जावेगा। ये वादा तुहाडे नाल है। हालेलुया, प्रभु यीशु दे नाम दी महिमा हो। क्योंकि सब तो बड़ी शक्ति परमेश्वर दा वचन प्रभु दी तलवार तुहानूं दित्ती गई है। कि ब्रदर ब्रानम दे हाथ विच तलवार आई सी। ब्रदर ब्रानम दे हाथ विच जदों प्रार्थना कर रहे सी पहाड़ दे उत्ते 7 मोहरां दा प्रकाश खोले जाण तो पहला ओदे हाथ विच तलवार आई। और तलवार आम तो बाद एक आवाज आई जिन्हें कहा ए महाराजे दी तलवार।
ये कोई आम तलवार नहीं, उनके तलवार महाराजे की तलवार है। ते ब्रदर ब्रायन ने कहा, उस आवाज ने मैनू क्या सी, कला ये नहीं क्या कि राजे की तलवार है, उन्हें क्या कि महाराजे की तलवार है। उन्हें क्या इको ही है जड़ा महाराजा है, जड़ा महान राजा है। उन्हें क्या इको ही है कि उसका नाम प्रभु यीशु मसीह है। तलवार परमेश्वर का वचन है। जो तलवार भाई ब्राह्मण को रह गई बस कि जाओ अगे भी गई है, वो तलवार तुहाडे कोल है। एक कलाम वो तलवार की तुसीं जानदे हो बाइबल दे अंदर अफसियां दी किताब जदों तुसीं पढ़ो ते उन्हें शैतान नूं की किया कि वो हवाई इख्तियार है ओदे कोल, हवाई फौजां हन ओदे कोल। हालेलुया हालेलुया। किहदी गल कर रहे शैतान दी? ओदे कोल किहड़ी शक्ति है? हवाई। हवाई दा मतलब हवा च काम करदा है शैतान, हवा दे विच सारे काम है ओदे। क्योंकि ब्रदर ब्रायन ने मलकीसेदक कौन है उस मैसेज के अंदर कहा, उन्हें कहा हवा दे विच बहुत कुछ है, ये जिहड़ी हवा चल रही है दे विच उन्हें कहा बहुत कुछ है। उन्हें कहा कि हवा दे विच हीरो है, हीरोइना है। उन्हें कहा तुसीं जो टीवी चलाते हो, टीवी विच जंतर है जिन्हों रिसीवर कहा गया। उन्हें कहा वो तुसीं जो रिसीवर नाल जुड़ते हैं तो जो कुछ हवा दे विच चल रहा है वो टीवी ते आंदा है। उन्हें कहा किदे द्वारा हो रहा? हवा दे विच। अज मोबाइल है तो तुसीं उंगल नाल फोटो किसी नूं भेज दो व्हाट्सएप ते, उस वेले चल जाती है। पर क्यों है? ये हवाई इख्तियार है। बाइबल के अंदर आई पढ़ो अफसियां दी किताब 2 अध्याय, तुहानूं मिलेगा कि सारा कुछ कित्थे है? ये हवा दे विच है। हालेलुया हालेलुया। प्रभु यीशु मसीह के नाम की महिमा ते वडियाई हो। इसका मतलब ब्रदर ब्राह्मण क्या शैतान घूम रहा सब तरफ, शैतान चक्कर लगा रहा सब तरफ, शैतान उड़ रहा है सब तरफ ओदे काम है। जो कुछ तुसीं देखदे हो सारा कुछ इसे हवा दे विच चल रहा है। हुण जरा आत्मिक सोच नाल सोच के देखो कितना कुछ है जो इस अखां नाल सी नहीं देख रहे, पर अपने नबी दी अखां नाल जरूर देखांगे फिर नजर आएगा कि हवा दे विच कितना शैतान दा काम चल रहा है। हालेलुया। पर मेरे नबी ने कहा जे शैतान उड़ रहा है, वो हवा च काम कर रहा है। उन्हें क्या परमेश्वर दा वचन भी निकलदा है ते वो भी उड़दा है, वो किन्नू निशाना लगांदा है। हालेलुया। ये तुसीं बाइबल च पढ़िया परमेश्वर दा वचन कदी खाली नहीं मुड़दा। हालेलुया। प्रभु दा वचन कदी खाली नहीं मुड़दा। प्रभु दा वचन जांदा है और सीधा अपने टारगेट ते लगदा है। हालेलुया। अपने निशाने ते लगदा है। तो साडी लड़ाई किसी इंसान नाल नहीं, साडी लड़ाई है दुश्मन कर नहीं सकदा। हालेलुया। प्रभु यीशु मसीह दे नाम नू महिमा और वडियाई मिले। हालेलुया हालेलुया हालेलुया। प्रभु यीशु मसीह दे नाम दी महिमा हो। क्योंकि परमेश्वर रोशनी दा प्रतीक है, चानन, शैतान हनेरे दा प्रतीक है। और मैं दसदा थोड़ी देर इस युग दा नबी ब्रदर ब्राह्मण अपने सेवकाई दे विच सी, अपने घर तो दूर, अपनी फैमिली तो दूर, संगतां कर रहा सी, प्रचार कर रहा सी। उन्हें वापस घर आना सी। हुण जदों वापस घर आना सी तो प्लेन का सफर कर रहा सी। उन्हें क्या अचानक मौसम विभाग दे विच ये सूचना हुई कि अगे जहाज चल नहीं सकता क्योंकि मौसम की है खराब हो गया। और ब्रदर ब्राह्मण नूं सफर दे विचकार ही रुकना पिया। हुण जदों रुकना पिया उन्हें जाना सी अपने ठीक अगली मीटिंग दे वल, पर वो सफर दे विचकार उन्हां नूं रुकना पिया। ब्रदर ब्राह्मण नूं एक होटल दे विच ठहराया गया। ब्रदर ब्राह्मण ने कुछ चिट्ठियां लिखियां तां जो संदेश भेजे कि हाँ सानू टाइम लग गया, मौसम की रुकावट है जिहदे कारण असीं रुक गए हैं। उन्हें चिट्ठी लिखी और ये चिट्ठी उन्हें पोस्ट करनी सी। हुण किसी दूसरे देश दे शहर दे विच वो जानदा नहीं, किसी नूं कोई सड़क नहीं जानदा,
कोई रोड नहीं जानता केड़ा रोड किस तरफ जा रहा है। हालेलुया सुन पा रहे हो ध्यान देना। आमीन आमीन। उन्हें क्या मैं सुबह उठिया साडा जहाज मैनू सूचना दी गई लगभग 9 बजे जाएगा। उन्होंने पहचानिया और आवाज ने कहा तू जिस दिशा में जा रहा है इधे उलट चल। समझो इस तरफ जा रहा है तो पवित्र आत्मा ने कहा तू इस तरफ ना जा तू पीछे नहीं जा। सुनो समझो पवित्र आत्मा की अगुवाई में चलना की है। कोई इंसान उहदे नाल गल्लां नहीं कर रहा। किसी दूसरे देश दूसरे शहर जिन्हां दी सड़कां नूं गलियां नूं नहीं जानदा पर कोई उन्होंने बुला रहा, कोई उन्होंने खिंच रहा किसी चीज वाल। ब्रदर अब्राहम क्या मैं उस प्रभु की आवाज नूं पवित्र आत्मा की आवाज नूं सुनिया और उहदे अनुसार चलना शुरू किया। जो चलना शुरू किया उन्हें क्या सड़क हौली हौली पक्की सड़क तो कच्ची सड़क हुंदी गई, हौली हौली बड़ी सड़क तो सड़क छोटी हुंदी गई ते ओ पगडंडी एक बस्ती वाल जांदी जा रही सी। मैं उन्हें क्या घड़ी अपनी देखी टाइम निकल रहा सी किदा जहाज दा पर उन्हें क्या मैं पवित्र आत्मा की अगुवाई दे विच चलदा रहा। मैं प्रभु की अगुवाई दे विच चलदा रहा। प्रभु की अगुवाई दे पीछे चलना है की है। हालेलुया मैं चलदा रहा भावें मेरा टाइम निकल रहा सी पर मैं प्रभु नूं नहीं छड़ सकिया। मैं ओदी आवाज दा पाबंद है इसलिए ओदी आवाज दे पीछे चलदा रहा। ते ब्रदर अब्राहम क्या कस्बे दे विच चला गया जिथे एक औरत सी जो अपने घर दा जिहड़ा बाहर वाला गेट सी उत्थे खड़ी सी ते जिद्दां ही मैं ओदे अगों गुजरिया उस औरत ने देखो अनजान देश अनजान शहर अनजान लोग तो उस औरत ने ब्रदर अब्राहम ने कहा पास्टर वो किद्दां जान गई, वो किस तरह जान गई कि वो पास्टर है, वो किद्दां जान गई कि सेवक है प्रभु दा। ब्रदर अब्राहम ने कहा क्योंकि वो औरत सारी रात प्रार्थना करती रही, सारी रात दुआ करती रही। क्यों दुआ कर रही थी? क्योंकि ओदा बेटा बीमार सी और ओदा बेटा इन्ना बीमार सी कि वो प्रार्थना करती रही प्रभु मैं तेरे कलाम चो पढ़िया है कि एक बार सुनम्मी तीमी सी जिदा बेटा बीमार सी। हालेलुया हालेलुया। उस औरत ने कहा प्रभु मैं जानदी हां तेरे कलाम दे विच है एक बार विधवा औरत सी जिदा बेटा मर गया सी। ई हवाले ब्रदर अब्राहम ने दिते ते उन्हें क्या प्रभु मैं जानदी हां कि जे तू उस समय एलिया नु भेजिया ते प्रभु तू अज भी भेज सकदा है। तू मैं तुम दस रहा कि विश्वास की चीज है। हालेलुया ज्यादा ज्ञान की जरूरत नहीं है सिर्फ इस बाइबल उत्ते सानू विश्वास करने की जरूरत है। अलौकिक गल्लां बारे सोचोगे फिर ही अलौकिक गल्लां होणगियां। उन्हें सोचा कि प्रभु जे तू एलिया नु उस समय भेज सकदा है तू एलिया नु अज भी भेज सकदा है। हालेलुया ओदा बेटा बीमार सी वो सोच रही सी कि हुण एलिया इधर दी निकलेगा मेरा प्रभु उन्हें जरूर भेजेगा मेरा प्रभु ने लेके आवेगा। वो इंतजार कर रही ब्रदर अब्राहम अग्गों दी गुजरिया तो उन्हें आवाज दी उनका पास्टर ब्रदर अब्राहम रुकिया और उन्हें क्या तू मैनू किद्दां जानदी है कि मैं पास्टर है मैं सेवक है प्रभु दा। उन्हें क्या क्योंकि मैं लगातार दुआ कर रही और मैं जानदी हां मेरा प्रभु किसी ना किसी नू मेरे लिए जरूर भेजेगा। ब्रदर अब्राहम ओदे नाल गल करदा ओनू घर दे अंदर लेके आंदी और अपनी मुश्किल दसदी। ओदी मुश्किल की सी ओदी प्रॉब्लम की सी अपनी चंगाई नहीं पर अपने बेटे दी। हालेलुया ओदी अपनी सेहत ठीक सी पर कौन बीमार सी? ओदा बेटा बीमार सी। उन्हें दसिया कि ओदा बेटा एक कमरे दे अंदर सी वो बहुत अमीर नहीं बहुत गरीब एक कमरे दे अंदर
ਉਹਦਾ ਬੇਟਾ ਸਿਰਫ ਇਹ ਕਹਿ ਰਿਹਾ ਕਿ ਮੈਂ ਹਨੇਰੇ ਵੱਲ ਜਾ ਰਿਹਾ, ਮੇਰੇ ਤੇ ਹਨੇਰਾ ਛਾ ਰਿਹਾ ਹੈ, ਮੈਂ ਹਨੇਰੇ ਵੱਲ ਜਾ ਰਿਹਾ ਹਾਂ। ਉਹਦਾ ਬੇਟਾ ਕੀ ਚਲਾ ਰਿਹਾ ਸੀ? ਸਿਰਫ ਇੱਕੋ ਹੀ ਗੱਲ, ਮੈਂ ਹੁਣ ਨਹੀਂ ਬਚ ਸਕਦਾ, ਮੈਂ ਹਨੇਰਾ ਵੇਖ ਰਿਹਾ ਹਾਂ, ਮੈਂ ਰਾਤ ਨੂੰ ਵੇਖ ਰਿਹਾ ਹਾਂ, ਮੈਂ ਗਹਿਰਾਈ ਵੱਲ ਜਾ ਰਿਹਾ। ਸਿਰਫ ਇਹ ਸ਼ਬਦ ਬੁਲਾ ਰਿਹਾ ਸੀ। ਹਾਲੇਲੂਇਆ। ਬ੍ਰਦਰ ਅਬਰਾਹਮ ਨੇ ਉਸ ਔਰਤ ਨਾਲ ਮਿਲ ਕੇ ਜੋ ਉਸ ਬੇਟੇ ਦੀ ਮਾਂ ਸੀ ਦੁਆ ਕੀਤੀ, प्रार्थना की थी। पहली प्रार्थना उस औरत ने की थी, फिर प्रार्थना ब्रदर अब्राहम ने की थी। पर जो ब्रदर अब्राहम दुआ कर रहा है, प्रार्थना कर रहा है, तो साढ़े योग दे नबी ने कहा वो जिहड़ा बेटा सी ਉਹਦੇ शब्द बदले, ਉਹਦੇ शब्दावली चेंज हुई। पहले की कह रहा सी, मैं हनेरा वेख रहा हाँ, मैं हनेरे दे विच तस्या जा रहा है। पर जो ब्रदर अब्राहम इस युग दा नबी, इस युग दा एलिया दुआ करन लगा, ਉਹਦੇ शब्द चेंज होए। वो कहन लगा हनेरा दूर जा रहा है, मैं कमरे च रोशनी ਨੂੰ ਵੇਖ ਰਿਹਾ ਹਾਂ, मैं जीवन ਨੂੰ ਵੇਖ ਰਿਹਾ ਹਾਂ, मैं ਚੰਗਾਈ ਨੂੰ ਮਹਿਸੂਸ ਕਰ ਰਿਹਾ ਹਾਂ। ਹਾਲੇਲੂਇਆ, ਪ੍ਰਭੂ ਯਿਸੂ ਦਾ ਨਾਮ ਦੀ ਮਹਿਮਾ ਹੋ। क्योंकि इस युग दा नबी दे अंदर प्रभु दा दूत ਉਹਦੇ ਨਾਲ ਗੱਲ ਕਰਦਾ ਹੈ। ਉਹਨੂੰ ਉਸ ਘਰ ਵਿੱਚ ਕੌਣ ਲੈ ਕੇ ਆਇਆ? ਜਿਹੜਾ ਉਹਦੇ ਨਾਲ ਗੱਲ ਕਰ ਰਿਹਾ ਸੀ, जिन्ने ਉਹਨੂੰ दिशा ਦਿੱਤੀ, जिन्ने क्या कि इस नगर ਵੱਲ जा, जिन्ने क्या कि इस सड़क ਵੱਲ जा। उस पवित्र आत्मा ने ब्रदर अब्राहम ਨੂੰ ਕੱਲਾ ਨਹੀਂ ਛੱਡਿਆ, ਸਿਰਫ ਰਸਤਾ ਵਿਖਾ ਕੇ ਛੱਡ ਨਹੀਂ ਦਿੱਤਾ। ਇਹ ਸਾਡੇ ਪ੍ਰਭੂ ਦਾ ਕੰਮ ਨਹੀਂ ਆ ਕਿ ਤੁਹਾਨੂੰ ਰਸਤਾ ਵਿਖਾ ਕੇ ਵਿਚਕਾਰ ਛੱਡ ਦੇਵੇ। ਪ੍ਰਭੂ ਜਿਹਨੂੰ ਰਸਤਾ ਵਿਖਾਉਂਦਾ ਹੈ ਉਹਦੇ ਨਾਲ ਜਾਂਦਾ ਹੈ। ਕੀ ਉਹਨੇ ਮੂਸਾ ਨੂੰ ਰਾਹ ਵਿਖਾ ਕੇ ਛੱਡ ਦਿੱਤਾ? ਨਹੀਂ, ਉਹਨੇ ਕਿਹਾ ਮੂਸਾ ਜਿੱਥੇ ਤੂੰ ਜਾਵੇਂਗਾ ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ। ਉਹਨੇ जोशुआ ने क्या, जोशुआ ना डर और ना घबरा, मैं तेरे संग संग रवांगा। हालेलुया। वो प्रभु अपने बच्चों ਨੂੰ ਛੱਡਦਾ ਨਹੀਂ ਹੈ। ਜੇ ਉਹਨੇ ਤੁਹਾਨੂੰ ਸੱਚਾਈ ਦਾ ਰਸਤਾ ਦੱਸਿਆ ਹੈ ਛੱਡੇਗਾ ਨਹੀਂ। ਹਰ ਮੁਸ਼ਕਲ ਵਿੱਚ ਤੁਹਾਡੇ ਸੰਗ ਹੋਵੇਗਾ, ਹਰ ਮੁਸੀਬਤ ਵਿੱਚ ਤੁਹਾਡੇ ਨਾਲ ਖੜਾ ਹੋਵੇਗਾ। ਸਿਰਫ ਤੁਹਾਨੂੰ ਜ਼ਰੂਰਤ ਹੈ ਪ੍ਰਭੂ ਦੇ ਆਵਾਜ਼ ਨੂੰ ਸੁਣਨਾ। ਉਸ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਨਾ। ਹਾਲੇਲੂਇਆ। ਯਿਸੂ ਮਸੀਹ ਦੇ ਨਾਮ ਦੀ ਮਹਿਮਾ और बढ़ाई हो। आमीन। आमीन। ब्रदर अब्राहम ने कहा ਉਹਦਾ ਬੇਟਾ ਠੀਕ ਹੋਇਆ। मैं जल्दी नाल चंगाई तो बाद मैं दौड़िया वापस, टैक्सी ली और पहुंचा उस जगह से जिथों दा जहाज उड़ना सी। टाइम 1 घंटा भी लेट हो चुका सी, पर फिर भी ब्रदर अब्राहम ने कहा जिसे 9 बजे फ्लाइट सी, 10 बज गए, आखिरी नाम बुलाया जा रहा सी, विलियम ब्रानहम जी है तो जल्दी आवे। तुम हुण सोचो और समझो, ब्रदर ब्रानहम उस जहाज ते भी गया, जब प्रभु ने अपना काम भी लिया। और ब्रदर ब्रानहम ने गवाही दी, उन्हें क्या एक औरत दी प्रार्थना की कर सकती है। उन्हें क्या उस औरत दी प्रार्थना ने की कीता? तब्दीली कि अचानक मौसम साफ सी, पर अचानक ही मौसम खराब होया। क्यों? क्योंकि धरती उत्ते कोई एलिया ली पुकार रहा सी, धरती उत्ते कोई पुकार कर रहा सी कि प्रभु आज भी तू एलिया नु भेज सकदा है। नबी ने कहा उस औरत दी प्रार्थना ने मेरा जहाज थल्ले उतार। नाम लोग नहीं, तुसी इस वचन दी शक्ति नु समझो, इस वचन दी ताकत नु जानो। हालेलुया। इस सामर्थ नु जानो कि रोग, ये बीमारियां ते परेशानियां प्रभु दे वचन दे अगे कुछ है नहीं। ये प्रभु दी वचन दी तलवार दे अगे टिक नहीं सकदियां। जेकर तुसी सही समर्पण ते आ जाओ, सही त्याग ते आ जाओ, सही तरह दे जीवन ते आ जाओ, ते ए प्रभु मेरा कल आज ते जुगा जुग इक्को जा। हालेलुया। हालेलुया। प्रभु यीशु मसीह दे समर्थी पवित्र और जलाली नाम दी महिमा ते बढ़ाई हो। हालेलुया। हालेलुया। प्रभु यीशु दे नाम दी महिमा हो। एलीशा दे विचों प्रभु ने किन्ने काम कीते? एलिया तो ज्यादा। किदे द्वारा काम होए? एलीशा। हालेलुया। हालेलुया। प्रभु यीशु मसीह दे समर्थी पवित्र और जलाली नाम दी महिमा और बढ़ाई हो।
ਬਹੁਤ ਜ਼ਿਆਦਾ ਗੱਲਾਂ ਜਿਹੜੀਆਂ ਮੈਂ ਕਰਨੀਆਂ ਸੀਗੀਆਂ ਪਰ ਹੁਣ ਅਸੀਂ ਉਹ ਛੱਡ ਰਹੇ ਹਾਂ। ਬਾਈਬਲ ਬਿਆਨ ਕਰਦੀ ਹੈ ਕਿ ਇਹ ਅਲੀਸ਼ਾ ਦੀ ਸੰਗਤੀ ਦੇ ਵਿੱਚੋਂ ਇੱਕ ਛੋਟੀ ਜਿਹੀ ਕੁੜੀ ਸੀ ਜੋ ਲਗਭਗ 12 ਕੁ ਸਾਲ ਦੀ ਹੋਵੇਗੀ। ਔਰ ਬਾਈਬਲ ਬਿਆਨ ਕਰਦੀ ਹੈ ਅਰਾਮ ਦੀ ਫੌਜ ਨੇ ਇਜ਼ਰਾਈਲ ਤੇ ਚੜ੍ਹਾਈ ਕੀਤੀ ਔਰ ਜਿੱਤਿਆ ਤੇ ਆਪਣੇ ਨਾਲ ਇੱਕ ਛੋਟੀ ਬੇਟੀ ਨੂੰ ਅਰਾਮ ਦਾ ਸੈਨਾਪਤੀ ਨਾਲ ਹੀ ਲੈ ਗਿਆ ਤੇ ਉਹਦਾ ਨਾਮ ਸੀ ਨਮਾਨ। ਹਾਲੇਲੂਇਆ ਹਾਲੇਲੂਇਆ। ਅਰਾਮ ਦੀ ਫੌਜ ਨੂੰ ਜਿੱਤ ਮਿਲਦੀ ਸੀ। ਹਾਲੇਲੂਇਆ। ਪਰ ਇਹ ਚ ਕੀ ਹੈ? ਇਹ ਕੋੜੀ ਇੱਥੋਂ ਤੱਕ ਪੂਰਾ ਕਵਰ ਕਰਦਾ ਹੋਵੇਗਾ, ਪੂਰੀ ਸ਼ਰਟ ਪਾਉਂਦਾ ਹੋਵੇਗਾ ਤਾਂ ਜੋ ਉਹਦਾ ਕੋਟ ਜਿਹੜਾ ਕਿਸੇ ਨੂੰ ਨਜ਼ਰ ਨਾ ਆਵੇ, ਤਾਂ ਜੋ ਉਹਨੂੰ ਕਿਸੇ ਨੂੰ ਮਾਲੂਮ ਨਾ ਹੋਵੇ ਕਿ ਉਹ ਕੋੜੀ ਹੈ। ਹਾਲੇਲੂਇਆ ਹਾਲੇਲੂਇਆ। ਹੁਣ ਇਹ ਸੀ ਕੋੜੀ, ਪਰ ਇਹਦੇ ਘਰ ਵਿੱਚ ਕੌਣ ਆਇਆ? ਬੜੇ ਧਿਆਨ ਨਾਲ ਸੁਣੋ। ਇੱਕ ਛੋਟੀ ਬੇਟੀ ਜੋ ਇਹਦੇ ਘਰ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ। ਹੋ ਸਕਦਾ ਪੋਚੇ ਲਗਾ ਰਹੀ ਹੋਵੇ, ਝਾੜੂ ਲਗਾਉਂਦੀ ਹੋਵੇ, ਖਾਣਾ ਬਣਾਉਂਦੀ ਹੋਵੇ, ਹੈਲਪ ਕਰਦੀ ਹੋਵੇ। ਇਹ ਉਹ ਨਮਾਨ ਦੇ ਘਰ ਵਿੱਚ ਇੱਕ ਦਾਸੀ ਦੇ ਰੂਪ ਵਿੱਚ ਕੰਮ ਕਰਦੀ। ਪਰ ਇਹਦੀ ਪੈਦਾਇਸ਼ ਕਿੱਥੋਂ ਦੀ? ਇਹ 12 ਸਾਲ ਦੀ ਜਿਹੜੀ ਬੇਟੀ ਹੈ, ਇਹਦੀ ਪੈਦਾਇਸ਼ ਕਿੱਥੋਂ ਦੀ ਸੀ? ਇਹ ਇਜ਼ਰਾਈਲੀ ਹੈ ਔਰ ਸਾਮਰੀਆਂ ਵਿੱਚ ਇੱਕ ਨਬੀ ਹੈ ਜਿਹਨੂੰ ਇਹ ਜਾਣਦੀ ਸੀ। ਹਾਲੇਲੂਇਆ। ਸਮਝਦੇ ਹੋ? ਇਹ ਸਿਰਫ ਇਹ ਨਹੀਂ ਜਾਣਦੀ ਕਿ ਉੱਥੇ ਇੱਕ ਨਬੀ ਹੈ। ਆਓ ਏਦਾਂ ਹੁਣ ਮੈਂ ਕਹਾਂ, ਇਹ ਆਪਣੇ ਯੁੱਗ ਨੂੰ ਤੇ ਆਪਣੇ ਯੁੱਗ ਦੇ ਸੰਦੇਸ਼ ਨੂੰ ਜਾਣਦੀ ਹੈ। ਇਹ ਆਪਣੇ ਮੈਸੇਜ ਨੂੰ ਜਾਣਦੀ ਸੀ। ਇਹ ਜਾਣਦੀ ਸੀ ਕਿ ਹੁਣ ਏਲੀਆ ਦਾ ਆਤਮਾ ਕਿਹਦੇ ਉੱਤੇ ਹੈ। ਇਹ ਜਾਣਦੀ ਸੀ ਕਿ ਇਜ਼ਰਾਈਲ ਵਿੱਚ ਇੱਕੋ ਹੀ ਨਬੀ ਹੈ। ਇਹ ਆਪਣੇ ਨਬੀ ਨੂੰ ਜਾਣਦੀ ਸੀ। ਇਹ ਆਪਣੇ ਦੇ ਨਹੀਂ ਸਕਦੇ, ਅਸੀਂ ਕਿਸੇ ਨੂੰ ਚੰਗਾਈ ਦੇ ਨਹੀਂ ਸਕਦੇ। ਅਸੀਂ ਸਾਡੇ ਵਿੱਚ ਸਾਰੇ ਹੀ ਪਾਪੀ ਤੇ ਗੁਨਹਗਾਰ ਸੀ, ਪਰ ਯਿਸੂ ਮਸੀਹ ਦੇ ਲਹੂ ਨੇ ਸਾਨੂੰ ਆਪਣੇ ਲਹੂ ਨਾਲ ਧੋ ਲਿਆ। ਸਾਨੂੰ ਜੋ ਗੰਦੇ ਸੀ, ਬੁਰੇ ਸੀ, ਗੰਦਗੀ ਦੇ ਅੰਦਰ ਸੀ, ਆਪਣੇ ਲਹੂ ਨਾਲ ਸ਼ੁੱਧ ਕੀਤਾ ਔਰ ਤੁਹਾਨੂੰ ਕੀ ਬਣਾਇਆ? ਔਰ ਉਹਨੇ ਕਿਹਾ ਤੁਸੀਂ ਧਰਤੀ ਦੇ ਨਮਕ ਹੋ। ਆਮੇਨ। ਤੁਸੀਂ ਕੀ ਹੋ? ਧਰਤੀ ਦੇ ਨਮਕ ਹੋ। ਨਮਕ ਦਾ ਕੰਮ ਕੀ ਆ? ਪਿਆਸ ਵਧਾਣਾ। ਜੇਕਰ ਤੁਸੀਂ ਧਿਆਨ ਨਾਲ ਬਾਈਬਲ ਸੁਣੋ ਔਰ ਸਮਝੋ, ਅਲੀਅਜ਼ਰ ਸੀ ਜਿਨੇ ਰਿਬਕਾ ਦੀ ਪਿਆਸ ਨੂੰ ਵਧਾਇਆ। ਹਾਲੇਲੂਇਆ। ਉਹ ਅਲੀਅਜ਼ਰ ਸੀ। ਯੈਸ ਆਮੇਨ। ਜਿਨੇ ਰਿਬਕਾ ਦੇ ਅੱਗੇ ਤਸਵੀਰ ਸਾਬਤ ਕੀਤੀ, ਉਹਨੇ ਦੀ ਪਿਆਸ ਨੂੰ ਵਧਾਇਆ। ਤੁਸੀਂ ਵੀ ਧਰਤੀ ਦੇ ਨਮਕ ਹੋ, ਤੁਸੀਂ ਵੀ ਕਿਸੇ ਦੇ ਅੰਦਰ ਪਿਆਸ ਨੂੰ ਵਧਾਣਾ ਹੈ। ਕਿਹੜੀ? ਇਹ ਕਲਾਮ ਦੀ, ਇਹ ਸਚਾਈ ਦੇ ਕਲਾਮ ਦੀ। ਨਮਕ ਜਿਹੜਾ ਹੈ ਇਹ ਜ਼ਰੂਰੀ ਹੈ। ਤੇ ਕਿਹਨੂੰ ਬਣਾਇਆ ਨਮਕ? ਤੁਹਾਨੂੰ। ਇਹਦਾ ਮਤਲਬ ਤੁਸੀਂ ਧਰਤੀ ਦਾ ਨਮਕ ਹੋ। ਤੁਸੀਂ ਕਿਸੇ ਦੇ ਭੋਜਨ ਨੂੰ ਸਵਾਦ ਬਣਾ ਸਕਦੇ ਹੋ, ਤੁਸੀਂ ਕਿਸੇ ਦੇ ਜੀਵਨ ਨੂੰ ਸਵਾਦਲਾ ਕਰ ਸਕਦੇ ਹੋ, ਤੁਸੀਂ ਕਿਸੇ ਦੀ ਜ਼ਿੰਦਗੀ ਵਿੱਚ ਰੋਸ਼ਨੀ ਦੇ ਸਕਦੇ ਹੋ। ਦੂਰ ਹੋ ਜਾਣੀ ਸੀ ਤੇਰੀ ਇਹ ਲਾਚਾਰੀ, ਦੂਰ ਹੋ ਜਾਣੀ ਸੀ ਤੇਰਾ ਇਹ ਰੋਗ, ਦੂਰ ਹੋ ਜਾਣਾ ਸੀ। ਕਿਉਂ ਕਹਿ ਰਹੀ ਹੈ ਉਹ? ਜਰਾ ਸੋਚ ਕੇ ਦੇਖੋ, ਉਹ ਕਿਉਂ ਗਵਾਹੀ ਦੇ ਰਹੀ ਹੈ? ਉਹ ਕਿਉਂ ਇਹਦੇ ਬਾਰੇ ਦੱਸ ਰਹੀ ਹੈ? ਕਿਉਂ ਦੱਸ ਰਹੀ ਹੈ? ਕਿਉਂਕਿ ਉਹਨੇ ਇਹ ਬੇਦਾਰੀ ਸਭਾਵਾਂ ਵੇਖੀਆਂ ਹੈ। ਉਹਨੇ ਪ੍ਰਭੂ ਦੀ ਸ਼ਕਤੀ ਦਾ ਆਨੰਦ ਲਿਆ ਹੋਵੇਗਾ। ਉਹਨੇ ਆਪਣੀ ਜੀਵਨ ਦੇ ਅੰਦਰ ਅਚੰਭੇ ਕੰਮ ਵੇਖੇ ਹੋਣਗੇ। ਜਦ ਤੱਕ ਤੁਹਾਡੇ ਜੀਵਨ ਦੇ ਅੰਦਰ ਬੇਦਾਰੀ ਨਹੀਂ, ਤੁਸੀਂ ਕਿਸੇ ਦੇ ਜੀਵਨ ਨੂੰ ਬੇਦਾਰ ਨਹੀਂ ਕਰ ਸਕਦੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੋ। ਜਦ ਤੱਕ ਤੁਹਾਡੀ ਜ਼ਿੰਦਗੀ ਦੇ ਅੰਦਰ ਗਵਾਹੀ ਨਹੀਂ, ਤੁਸੀਂ ਕਿਸੇ ਦੇ ਜੀਵਨ 'ਚ ਗਵਾਹੀ ਨਹੀਂ ਦੇ ਸਕਦੇ। ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲੇ ਪ੍ਰਭੂ ਦੇ ਆਨੰਦ ਦਾ ਸਵਾਦ ਚੱਖੋ, ਪ੍ਰਭੂ ਦੀਆਂ ਭਲਾਈਆਂ ਦਾ ਸਵਾਦ ਚੱਖੋ, ਪ੍ਰਭੂ ਦੀ ਵਫਾਦਾਰੀਆਂ ਦਾ ਸਵਾਦ ਚੱਖੋ ਔਰ ਤੁਸੀਂ ਪ੍ਰਭੂ ਦੀ ਹਜ਼ੂਰੀ ਦਾ ਸਵਾਦ ਚੱਖੋ। ਫਿਰ ਹੀ ਤੁਸੀਂ ਕਿਸੇ ਨੂੰ ਮੋੜ ਸਕਦੇ ਹੋ, ਫਿਰ ਹੀ ਤੁਸੀਂ ਕਿਸੇ ਨੂੰ ਉਸ ਤਰਫ ਲਿਆ ਸਕਦੇ ਹੋ। ਹਾਲੇਲੂਇਆ। ਛੋਟੀ ਜਿਹੀ ਬੇਟੀ ਕਿਉਂ ਦੱਸ ਰਹੀ ਹੈ? ਕਿਉਂਕਿ ਇਹਨੇ ਕੁਝ ਅਲੀਸ਼ਾ ਨਬੀ ਦੇ ਦੁਆਰਾ ਵੱਡੇ ਕੰਮਾਂ ਨੂੰ ਹੁੰਦਾ ਵੇਖਿਆ, ਫਿਰ ਹੀ ਦੱਸ ਰਹੀ ਹੈ।
ਅਸੀਂ ਕਿਉਂ ਆਪਣੇ ਪ੍ਰਭੂ ਬਾਰੇ ਦੱਸਦੇ ਹਾਂ? ਤਾਂ ਹੋ ਸਕਦੀਆਂ ਔਰ ਸ਼ੋਹਰਤ ਹੋ ਸਕਦੀ, ਧਰਤੀ ਉੱਤੇ ਹੋ ਸਕਦਾ ਆਦਰ ਹੋਵੇ, ਪਰ ਜੋ ਤੁਹਾਡੇ ਕੋਲ ਹੈ ਉਹ ਉਹਨਾਂ ਕੋਲ ਨਹੀਂ, ਉਹਨਾਂ ਕੋਲ ਹੋ ਨਹੀਂ ਸਕਦਾ। ਤੁਹਾਡੇ ਕੋਲ ਜੀਵਨ ਹੈ, ਆਮੀਨ, ਛੁਟਕਾਰੇ ਦੀ ਪੁਸਤਕ ਹੈ, ਹਾਲੇਲੂਇਆ। ਮਹਾਬਲੀ ਦੂਤ ਪ੍ਰਕਾਸ਼ ਦੀ ਪੋਥੀ 10 ਅਧਿਆਇ ਦੇ ਅੰਦਰ ਉੱਤਰ ਕੇ ਆਇਆ, ਉਹ ਖੁੱਲੀ ਹੋਈ ਪੁਸਤਕ ਲੈ ਕੇ, ਪਰ ਕਿਹਦੇ ਲਈ? ਦੁਲਹਨ ਦੇ ਲਈ। ਹੁਣ ਕੀ ਤੁਸੀਂ ਕਹਿ ਸਕਦੇ ਹੋ ਕਿ ਪੁਸਤਕ ਤੁਹਾਡੇ ਲਈ ਆਈ ਹੈ? ਆਮੀਨ, ਹਾਲੇਲੂਇਆ। ਇਹ ਕਹਿ ਸਕਦੇ ਹੋ ਕਿ ਉਹ ਪ੍ਰਭੂ ਯਿਸੂ ਮਸੀਹ ਤੁਹਾਡੇ ਲਈ ਆਇਆ, ਆਮੀਨ, ਤੁਹਾਨੂੰ ਰਿਹਾਈ ਦੇਣ ਦੇ ਲਈ, ਛੁਟਕਾਰਾ ਦੇਣ ਦੇ ਲਈ, ਜੀਵਨ ਦੇਣ ਦੇ ਲਈ, ਹਾਲੇਲੂਇਆ, ਹਾਲੇਲੂਇਆ। ਛੋਟੀ ਜਿਹੀ ਬੇਟੀ ਇਸ ਲਈ ਦੱਸ ਰਹੀ ਹੈ ਕਿਉਂਕਿ ਕਿਸੇ ਮਾਹੌਲ ਦੇ ਵਿੱਚੋਂ ਇਹ ਨਿਕਲੀ ਹੈ, ਕਿਸੇ ਵਾਤਾਵਰਣ ਦੇ ਵਿੱਚੋਂ ਇਹ ਨਿਕਲੀ ਹੈ। ਇਹਦੇ ਉੱਤੇ ਸੰਗਤੀਆਂ ਦਾ ਪ੍ਰਭਾਵ ਹੈ, ਇਹਦੇ ਉੱਤੇ ਕਲਾਮ ਦਾ ਪ੍ਰਭਾਵ ਸੀ, ਇਹਦੇ ਉੱਤੇ ਇਹਦੇ ਨਬੀ ਦਾ ਪ੍ਰਭਾਵ ਸੀ, ਹਾਲੇਲੂਇਆ, ਹਾਲੇਲੂਇਆ। ਵੇਖੋ ਇਨਸਾਨ ਉਹਦੀ ਹੀ ਗਵਾਹੀ ਦਿੰਦਾ ਹੈ ਜਿਹਦਾ ਉਹਦੇ ਉੱਤੇ ਪ੍ਰਭਾਵ ਹੁੰਦਾ ਹੈ। ਕਿੰਨੇ ਮੇਰੀ ਗੱਲ ਸਮਝੇ ਹਨ? ਆਮੀਨ, ਆਮੀਨ। ਜਿਹਦਾ ਤੁਹਾਡੇ ਤੇ ਪ੍ਰਭਾਵ ਹੋਵੇਗਾ ਤੁਸੀਂ ਉਹਦੀ ਹੀ ਗੱਲ ਜ਼ਿਆਦਾ ਕਰੋਗੇ। ਮੈਂ ਕਹਿ ਰਿਹਾ ਕਿ ਹੁਣ ਵੇਖੋ ਤੁਹਾਡੇ ਉੱਤੇ ਕਿਹਦਾ ਅਸਰ ਹੈ, ਕਿਹਦਾ ਪ੍ਰਭਾਵ ਹੈ। ਜਿਹਦਾ ਪ੍ਰਭਾਵ ਹੈ ਤੁਸੀਂ ਉਹਦੀਆਂ ਹੀ ਗੱਲਾਂ ਕਰਨੀਆਂ, ਦੂਜੇ ਦੀ ਨਹੀਂ ਕਰ ਸਕਦੇ। ਕੀ ਤੁਸੀਂ ਦੇਖਦੇ ਜਦੋਂ ਵੋਟਾਂ ਪੈਂਦੀਆਂ ਚਰਚਾ ਚੱਲਦੀ ਹਰ ਘਰ ਦੇ ਅੰਦਰ, ਔਰ ਜਿਹਦਾ ਜ਼ਿਆਦਾ ਅਸਰ ਹੁੰਦਾ ਆ ਬੰਦਾ ਉਹਦੀ ਗੱਲ ਕਰਦਾ, ਉਹਦੇ ਬਾਰੇ ਉਹਦੀ ਗਵਾਹੀ ਦਿੰਦਾ। ਕਿਉਂ? ਕਿਉਂਕਿ ਕੁਝ ਗੱਲਾਂ ਹੈ ਜਿਨ੍ਹਾਂ ਦਾ ਉਹਦੇ ਤੇ ਅਸਰ ਹੋਇਆ ਹੈ, ਕੁਝ ਗੱਲਾਂ ਹੈ ਜਿਹੜੀਆਂ ਗੱਲਾਂ ਨੇ ਉਸ ਇਨਸਾਨ ਨੂੰ ਆਪਣੇ ਪ੍ਰਭਾਵ ਥੱਲੇ ਲਿਆ, ਉਹ ਤਾਂ ਉਹਦੇ ਬਾਰੇ ਚਰਚਾ ਕਰ ਰਿਹਾ ਹੈ। ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ, ਜਿਹੜੀ ਪ੍ਰਭੂ ਯਿਸੂ ਮਸੀਹ ਦੀ ਕਲੀਸਿਆ ਹੈ, ਇਸ ਕਲੀਸਿਆ ਨੂੰ ਯਿਸੂ ਮਸੀਹ ਨੇ ਆਪਣੇ ਲਹੂ ਨਾਲ ਖਰੀਦਿਆ ਹੈ। ਹਾਲੇਲੂਇਆ। ਇਸ ਕਲੀਸਿਆ ਦੇ ਲਈ ਯਿਸੂ ਮਸੀਹ ਨੇ ਆਪਣਾ ਲਹੂ ਬਹਾਇਆ ਹੈ। ਹਾਲੇਲੂਇਆ। ਹੁਣ ਜਿਹਨੇ ਲਹੂ ਬਹਾਇਆ ਹੈ ਉਸ ਕਲੀਸਿਆ ਦੇ ਉੱਤੇ ਉਸੇ ਹੀ ਪ੍ਰਭੂ ਦਾ ਪ੍ਰਭਾਵ ਹੈ। ਕਿਉਂਕਿ ਬਾਈਬਲ ਬਿਆਨ ਕਰਦੀ ਹੈ ਸਾਰਾ ਸੰਸਾਰ ਸ਼ੈਤਾਨ ਦੇ ਵਸ ਦੇ ਵਿੱਚ ਹੈ। ਸੱਚ ਹੈ। ਪਰ ਕਿ ਦੁਲਹਨ ਉਹਦੇ ਵਸ ਦੇ ਵਿੱਚ ਹੈ? ਨਹੀਂ। ਪਰ ਕਲੀਸਿਆ ਉਹਦੇ ਵਸ ਦੇ ਵਿੱਚ ਹੈ? ਨਹੀਂ, ਹੋ ਨਹੀਂ ਸਕਦਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਰਾ ਸੰਸਾਰ ਦੁਸ਼ਟ ਦੇ ਵਸ ਦੇ ਵਿੱਚ ਹੈ, ਪਰ ਕਲੀਸਿਆ ਯਿਸੂ ਮਸੀਹ ਦੇ ਵਸ ਦੇ ਵਿੱਚ ਹੈ। ਹਾਲੇਲੂਇਆ, ਹਾਲੇਲੂਇਆ। ਸਾਡਾ ਰਾਜਾ ਸ਼ੈਤਾਨ ਨਹੀਂ, ਸਾਡਾ ਰਾਜਾ ਵਚਨ ਹੈ। ਆਮੀਨ। ਸਾਡਾ ਰਾਜਾ ਜੀਵਿਤ ਹੈ। ਆਮੀਨ। ਹਾਲਾਤਾਂ ਨੂੰ ਬਦਲ ਦੇਣ ਵਾਲਾ ਜੀਵਿਤ ਹੈ। ਆਮੀਨ। ਬੰਧਨਾਂ ਨੂੰ ਤੋੜ ਦੇਣ ਵਾਲਾ ਜੀਵਿਤ ਪਰਮੇਸ਼ਰ। ਚ ਜਾਓ, ਜਦੋਂ ਰਾਤ ਬਹਿੰਦੇ ਹੋ, ਸਵੇਰ ਬਹਿੰਦੇ ਹੋ, ਪ੍ਰਭੂ ਕੋਲ ਪੁੱਛੋ, ਕਿਉਂਕਿ ਬਿਲਕੁਲ ਅਸੀਂ ਸਮੇਂ ਦੀ ਸਮਾਪਤੀ ਤੇ ਹਾਂ। ਆਪਣੀ ਸੇਵਕਾਈ ਨੂੰ ਪਹਿਚਾਣੋ, ਜਾਣੋ ਕਿ ਜੇ ਤੁਸੀਂ ਮਸੀਹ ਦੇ ਮੈਂਬਰ ਹੋ ਤੇ ਤੁਹਾਡੀ ਕੋਈ ਸੇਵਕਾਈ ਹੈ। ਇਹੋ ਹੀ ਅਸੀਂ ਪ੍ਰਚਾਰ ਸਵੇਰ ਦੀ ਮੀਟਿੰਗ 'ਚ ਕੀਤਾ ਕਿ ਆਪਣੀ ਸੇਵਕਾਈ ਨੂੰ ਜਾਣੋ। ਮਸੀਹ ਨੇ ਤੁਹਾਨੂੰ ਮੈਸੇਜ ਵਿੱਚ ਕਿਉਂ ਲਿਆਂਦਾ? ਪ੍ਰਭੂ ਨੇ ਤੁਹਾਨੂੰ ਦੁਨੀਆ 'ਚੋਂ ਬਾਹਰ ਕੱਢ ਕੇ ਇਹ ਮਹਾਨ ਸੰਦੇਸ਼ ਦਾ ਵਿਸ਼ਵਾਸੀ ਬਣਾਇਆ, ਪਰ ਕਿਉਂ? ਇਸ ਲਈ ਨਹੀਂ ਕਿ ਬਸ ਤੁਹਾਨੂੰ ਬਪਤਿਸਮਾ ਸਮਝਾਇਆ ਤੇ ਬਾਅਦ ਛੱਡ ਦਿੱਤਾ, ਨਹੀਂ। ਕੁਝ ਤੁਹਾਡੀਆਂ ਜ਼ਿੰਮੇਵਾਰੀਆਂ ਹੈ। ਯੈਸ, ਆਮੀਨ। ਤੁਸੀਂ ਮਸੀਹ ਦੇ ਅੰਗ ਹੋ। ਹਾਲੇਲੂਇਆ। ਯਿਸੂ ਮਸੀਹ ਦੀ ਦੇਹੀ ਅਪਾਹਜ ਨਹੀਂ ਹੋ ਸਕਦੀ। ਯੈਸ। ਯਿਸੂ ਮਸੀਹ ਦੀ ਦੇਹੀ ਹੋ ਸਕਦੀ ਹੈ ਅਪਾਹਜ? ਨਹੀਂ। ਉਹ ਤਾਂ ਸਾਨੂੰ ਨਹੀਂ ਅਪਾਹਜ ਰਹਿਣ ਦਿੰਦਾ। ਯੈਸ। ਤੇ ਆਪਣੀ ਦੇਹੀ ਨੂੰ ਕਿੱਦਾਂ ਰਹਿਣ ਦੇਵੇਗਾ? ਹਾਲੇਲੂਇਆ। ਉਹ ਪਰਮੇਸ਼ਵਰ ਅਪਾਹਜ ਪਰਮੇਸ਼ਵਰ ਨਹੀਂ ਆ, ਉਹ ਪਰਮੇਸ਼ਵਰ ਜੀਵਿਤ ਹੈ। ਆਮੀਨ, ਆਮੀਨ। ਮੈਂ ਚਾਹੁੰਦਾ ਕਿ ਤੁਸੀਂ ਆਪਣੀ ਸੇਵਕਾਈ ਨੂੰ ਪਹਿਚਾਣੋ। ਜੇ ਅਲੀਸ਼ਾ ਦੀ ਸੇਵਕਾਈ ਹੈ ਤੇ ਫਿਰ ਤੁਹਾਡੀ ਇੱਕ ਸੇਵਕਾਈ ਹੈ। ਆਮੀਨ। ਇਹ ਮਸੀਹ ਦੀ ਬੇਟੀਆਂ ਦੀ ਸੇਵਕਾਈ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਡੀ ਕੁਝ ਜ਼ਿੰਮੇਵਾਰੀ ਬਣਦੀ ਹੈ ਮਸੀਹ ਦੇ ਲਈ ਕਿ ਪ੍ਰਭੂ ਯਿਸੂ ਮਸੀਹ ਕੋਲ ਅਸੀਂ ਚੰਗਾਈ ਲੈਂਦੇ ਆ, ਕਹਿੰਦੇ ਕਿ ਪ੍ਰਭੂ ਤੂੰ ਹੀ ਚੰਗਾ ਕਰ, ਪ੍ਰਭੂ ਤੇਰੇ ਕੋਲ ਬਰਕਤਾਂ ਲੈਣੀਆਂ, ਪ੍ਰਭੂ ਤੂੰ ਸ਼ਿਫਾ ਦੇ, ਪ੍ਰਭੂ ਤੂੰ ਹੀ ਸਾਡਾ ਭਰੋਸਾ ਆ, ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਤੂੰ ਹੀ ਸਾਡਾ ਡਾਕਟਰ ਆ। ਅਸੀਂ ਹਰ ਇੱਕ ਬਰਕਤ ਚਾਹੁੰਦੇ ਆ ਯਿਸੂ ਕੋਲ ਲਈਏ। ਅਸੀਂ ਹਰ ਇੱਕ ਚੀਜ਼ ਦਾ ਭਰੋਸਾ ਆ ਕਿ ਯਿਸੂ ਮਸੀਹ ਤੋਂ ਬਿਨਾਂ ਸਾਨੂੰ ਕੋਈ ਦੇ ਨਹੀਂ ਸਕਦਾ। ਇਹ ਬਹੁਤ ਵਧੀਆ ਗੱਲ ਹੈ, ਮੁਬਾਰਕ ਆ ਮਸੀਹ ਤੇ ਡਿਪੈਂਡ ਹੋਣਾ। ਅਸੀਂ ਸਰੀਰਕ ਗੱਲਾਂ ਵਿੱਚ ਮਸੀਹ ਤੇ ਡਿਪੈਂਡ ਹਾਂ, ਪਰ ਆਓ ਥੋੜਾ ਜਿਹਾ ਆਤਮਿਕ ਖੇਤਰ ਵੱਲ ਵਧੀਏ। ਮਸੀਹ ਦੇ ਲਈ ਕੁਝ ਸਾਡੀਆਂ ਜ਼ਿੰਮੇਵਾਰੀਆਂ ਵੀ ਹੈ। ਸਾਡੀ ਕੁਝ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ, ਜੇ ਪ੍ਰਭੂ ਨੇ ਸਾਨੂੰ ਸਭ ਤੋਂ ਵੱਡੀ ਸ਼ਕਤੀ ਦਿੱਤੀ ਆਪਣਾ ਵਚਨ,
ਤੇ ਫਿਰ ਇਸ ਵਚਨ ਦੇ ਪ੍ਰਤੀ ਸਾਡੀ ਕੁਝ ਜ਼ਿੰਮੇਵਾਰੀ ਹੈ। ਆਪਣੀ ਸੇਵਕਾਈਆਂ ਨੂੰ ਪਹਿਚਾਣੋ ਕਿ ਜੇ ਅਸੀਂ ਮੈਸੇਜ ਵਿੱਚ ਹਾਂ, ਇਸ ਨਗਰ ਦੇ ਵਿੱਚ ਪ੍ਰਭੂ ਨੇ ਲਿਆਂਦਾ, ਮੈਸੇਜ ਵਿੱਚ ਲਿਆਂਦਾ, ਤੇ ਕਿਉਂ ਲਿਆਂਦਾ ਆ, ਕੀ ਕਾਰਨ ਆ, ਕਿ ਮੇਰੇ ਜੁਮੇ ਕੁਝ ਹੈ। ਪ੍ਰਭੂ ਨੇ ਲਿਖਿਆ ਕਿ ਮੇਰੇ ਜੁਮੇ ਹੈ ਕਿ ਤੁਹਾਡੀ ਆਇਤ ਹੈ ਬਾਈਬਲ ਦੇ ਅੰਦਰ, ਉਹਨਾਂ ਨੂੰ ਪਹਿਚਾਣੋ ਔਰ ਆਪਣਾ ਜੀਵਨ ਪ੍ਰਭੂ ਨੂੰ ਸੌਂਪ ਕੇ ਉਸ ਸੇਵਕਾਈ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ। ਇਹੋ ਹੀ ਮੈਸੇਜ ਹੈ ਤੁਹਾਡੇ, ਇਹੋ ਹੀ ਪ੍ਰਭੂ ਦੇ ਪਵਿੱਤਰ ਆਤਮਾ ਦਾ ਕਲਾਮ ਹੈ ਜੋ ਬ੍ਰਦਰ ਬ੍ਰਾਨਹਮ ਤੁਹਾਡੇ ਲਈ ਦੱਸਣਾ ਚਾਹੁੰਦਾ ਹੈ। ਹਾਲੇਲੂਇਆ, ਹਾਲੇਲੂਇਆ। ਆਓ ਸਭ ਅੱਖਾਂ ਬੰਦ ਕਰੀਏ, ਸਿਰਾਂ ਨੂੰ ਝੁਕਾਉਂਦੇ ਹਾਂ, ਜਾਓ ਦੁਆ ਕਰਦੇ ਹਾਂ। आओ सब प्रार्थना करेंगे। हालेलुया, जलाली परमेश्वर, अनुग्रहकारी पिता, मैं तेरी तारीफ करता हूं, मैं तेरे नाम की महिमा करता हूं। मेरे पिता तेरे वो मेरे प्रभु यीशु, मैं तेरी स्तुति करता हूं। हालेलुया मेरे प्रभु, मैं तेरे नाम की महिमा करता हूं। वो मेरे प्रभु आत्मा तेरे नाम तेरे नाम तेरे नाम तेरे नाम की बजाय प्रभु यीशु मसीह उस परिवार की बोली, जो सरकार के लिए बोला, मैं तेरा शुक्र करता हूं। प्रभु यीशु मसीह मेरे प्रभु यीशु मसीह वो प्रभु जो अपने बेटियां ते बेटियां ਨੂੰ ਚਾਹੁੰਦਾ ਹੈ ਕਿ ਉਹ ਕੰਮ ਕਰਨ। प्रभु कितना ही तेरा काम है, क्योंकि तेरे कलाम च लिखा गया है प्रभु, फसल बहुत है, काम करने वाले थोड़े। मेरे प्रभु जी तू अपने बच्चियां दे प्रेरणा दे, क्योंकि तेरे आत्मा तो बिना तेरा काम कोई नहीं कर सकता। प्रभु इन्हें प्रेरणा दे, तू इन्हां दी अगुवाई कर। इस जगह ते जवान बेटियां हैं, जवान बेटे हैं प्रभु, तू इन्हां नूं लै के इस्तेमाल कर। प्रभु यीशु मसीह इन्हां नूं प्रेरणा दे, इन्हां नूं भक्ति वाला जीवन दे, इन्हां नूं समर्पण वाला जीवन दे, इन्हां दे उत्ते जिहा मसा दे कि अपनी जिंदगी चो आप तेरी सेवका नूं पहचानन, तेरे काम नूं पहचानन, तेरी सेवा नूं पहचानन। हालेलुया मेरे प्रभु, तेरे नाम दी स्तुति महिमा और बढ़ाई करते हैं, तेरे नाम की इज्जत करते हैं। प्रभु जे अगर कोई बीमार लाचार है, प्रभु यीशु मसीह के नाम दे वो सारी मादगी सब लाचारी दूर जाए, हर एक बंधन वो परमेश्वर तेरे नाम दे टुटन, हर एक विरोधी दे आत्मा में लज्जित करदा, हर एक शैतान दे प्रभाव में लज्जित करदा, हर एक विरोधी दी शक्ति में लज्जावान करदा, हर एक विरोधी दी ताकत में लज्जावान करदा, हर एक अंधेरे दी आत्मा में लज्जावान करदा, अंधकार दी शक्ति में तेरे नाम दे शर्मिंदा करदा। वो मेरे पिता तेरे वचन दे काम करे, तो अपने हाथों में चले इस घर नूं बड़ी बरकत दे, ब्रदर विलियम नूं ओदी वाइफ नूं बरकत दे, और प्रभु इस परिवार नूं और जिन्ने इस जगह दे आए हैं प्रभु सब तेरे को इस कलाम के द्वारा बरकत ले और सीखन कि साडी लड़ाई है शैतान दे नाल, साडा युद्ध है शैतान दे नाल, और इहदे विच लापरवाह नहीं बल्कि सचेत हो, जागते रहन और प्रभु भक्ति च अगे बढ़न, समर्पण च अगे बढ़न, पवित्रताई में अगे बढ़न, तेरी सेवा च अगे बढ़न, तेरे काम करन। प्रभु तू इन्हां नूं इस्तेमाल कर, तेरा नाम इन्हां दे जीवन च महिमा प्राप्त करे। प्रार्थना यीशु मसीह दे समर्थी नाम च मांगो। हालेलुया।